ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 6ਵਾਂ ਚੈਪਟਰ ਆਪਰੇਟਿੰਗ ਸਿਸਟਮ ਦਾ ਦੂਜਾ ਭਾਗ ਸ਼ੁਰੂ ਕਰਾਂਗੇ। ਜਿਵੇਂ ਕਿ ਅਸੀਂ ਪਿਛਲੇ ਚੈਪਟਰ ਦੇ ਵਿੱਚ ਪੜ੍ਹਿਆ ਹੈ, ਆਪਰੇਟਿੰਗ ਸਿਸਟਮ ਕੀ ਹੁੰਦਾ ਹੈ, ਉਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਡੌਸ ਅਤੇ ਆਪਰੇਟਿੰਗ ਸਿਸਟਮ ਦੇ ਬਾਰੇ ਅੱਜ ਅਸੀਂ ਸ਼ੁਰੂ ਕਰਾਂਗੇ। ਉਸ ਚੈਪਟਰ ਦੇ ਵਿੱਚ ਪਰਿਭਾਸ਼ਾ, किस तरह ना ऑपरेटिंग सिस्टम जुड़िया होंदा है, सिस्टम की प्रणाली किस तरह काम करती है, ते प्रोग्राम किस तरह एग्जीक्यूट होंदा है, इनपुट आउटपुट फिल्टर किवें यूज होंदा है, कम्युनिकेशन, एरर डिटेक्शन, रिसोर्स मैनेजमेंट, प्रोटेक्शन सब तो जरूरी है जो सिस्टम दे विच। ते ऑपरेटिंग सिस्टम दी किस्मां बैच ऑपरेटिंग ते टाइम शेयरिंग ऑपरेटिंग सिस्टम। अज असी डिस्ट्रीब्यूटेड ऑपरेटिंग सिस्टम शुरू करन जा रहे हैं। डिस्ट्रीब्यूटेड ऑपरेटिंग सिस्टम रियल टाइम एप्लीकेशंस ਅਤੇ ਮਲਟੀਪਲ ਯੂਜ਼ਰਸ ਨੂੰ ਸੇਵਾ ਦੇਣ ਲਈ ਮਲਟੀਪਲ ਕੇਂਦਰੀ ਪ੍ਰੋਸੈਸਰ ਦੀ ਵਰਤੋਂ ਕਰਦਾ ਹੈ। ਮਲਟੀਪਲ ਰੀਅਲ ਟਾਈਮ ਐਪਲੀਕੇਸ਼ਨਸ ਕਿਹੜੀਆਂ ਹੁੰਦੀਆਂ ਹਨ, ਜਿਹੜੀਆਂ ਇੱਕ ਹੀ ਸਮੇਂ ਤੇ ਸਾਰੇ ਯੂਜ਼ਰ ਨੂੰ ਇਕੱਠਾ ਕੰਮ ਕਰਨ ਦੇ ਵਿੱਚ ਸਹਾਇਤਾ ਦਿੰਦੀਆਂ। ਮਲਟੀਪਲ ਯੂਜ਼ਰ ਨੂੰ ਸੇਵਾਵਾਂ। ਮਲਟੀਪਲ ਕੇਂਦਰੀ ਪ੍ਰੋਸੈਸਰ मतलब अलग-अलग ਜਗ੍ਹਾ ਤੇ ਪ੍ਰੋਸੈਸਰ ਪਏ ਹਨ ਤੇ ਉਹ ਇਕੱਠੇ ਹੀ ਇੱਕ ਟਾਈਮ ਤੇ ਅਲੱਗ-ਅਲੱਗ ਸਾਰੇ ਯੂਜ਼ਰਾਂ ਨੂੰ ਕੰਮ ਕਰਨ ਲਈ ਸਹਾਇਤਾ ਦੇ ਰਹੇ ਹਨ। ਡਾਟਾ ਪ੍ਰੋਸੈਸਿੰਗ ਕੰਮਾਂ मतलब ਜਿੰਨੀਆਂ ਵੀ ਡਾਟਾ ਪ੍ਰੋਸੈਸਿੰਗ ਜੌਬਸ ਨੇ ਨੂੰ ਪ੍ਰੋਸੈਸ ਦੀ ਤਰਤੀਬ ਅਨੁਸਾਰ ਵੰਡਿਆ ਜਾਂਦਾ ਹੈ। ਉਹਨਾਂ ਨੂੰ ਹਰ ਇੱਕ ਤਰਤੀਬ ਨੂੰ ਅਲੱਗ-ਅਲੱਗ ਵੰਡਿਆ ਜਾਂਦਾ ਹੈ। ਇਹ ਪ੍ਰੋਸੈਸਰ ਇੱਕ ਦੂਜੇ ਨਾਲ ਕਈ ਕਿਸਮਾਂ ਦੀਆਂ ਸੰਚਾਰ ਲਾਈਨਾਂ, ਜਿਵੇਂ ਕਿ ਹਾਈ ਸਪੀਡ ਬੱਸ ਜਾਂ ਟੈਲੀਫੋਨ ਲਾਈਨਾਂ। ਹੁਣ ਬੱਸ ਤੋਂ ਕੀ ਭਾਵ ਹੈ? ਸੰਚਾਰ ਦਾ ਮੀਡੀਅਮ, ਜਿਸ ਤਰ੍ਹਾਂ ਨਾਲ ਅਸੀਂ ਇੱਕ ਕੰਪਿਊਟਰ ਦੂਜੇ ਕੰਪਿਊਟਰ ਨਾਲ ਕਮਿਊਨੀਕੇਟ ਕਰਦਾ ਹੈ, ਇੱਕ ਹੀ ਵਾਇਰ ਤੇ ਜੁੜੇ ਹੋਣਾ, ਇਸ ਨੂੰ ਬੱਸ ਟੋਪੋਲੋਜੀ ਕਹਿੰਦੇ ਹਨ। ਸੰਚਾਰ ਕਰਦੇ ਹਨ ਨਾ ਪ੍ਰੋਸੈਸਰਸ ਨੂੰ। ਲੂਜ਼ਲੀ ਕਪਲਡ ਸਿਸਟਮ मतलब बहुत लूज ना जुड़े होंगे हैं। दो कपल मतलब दो कंप्यूटर एक दूसरे ਨਾਲ जुड़े होना या डिस्ट्रीब्यूटेड सिस्टम कहा जाता है। ये बहुत जरूरी है कि सिस्टम अलग-अलग जगह ते अलग-अलग आकार दे भी हो सकते हैं ਅਤੇ आम तौर ते साइट, नोड्स या कंप्यूटर कहा जाता है। ਹੁਣ ਇਸ ਨੂੰ ਕੋਈ ਵੀ ਤੁਸੀਂ ਨੋਡ ਕਿਹਾ ਜਾਂਦਾ ਹੈ। ਨੋਡ मतलब कंप्यूटर ਤੋਂ ਭਾਵ ਹੈ। ਸਾਈਟ मतलब ਕਿਸ ਜਗ੍ਹਾ ਤੇ ਹਨ। ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ ਦੀਆਂ ਕੀ ਵਿਸ਼ੇਸ਼ਤਾਵਾਂ ਹਨ? ਰਿਸੋਰਸ ਸ਼ੇਅਰਿੰਗ मतलब ਜਿੰਨਾ ਵੀ ਡਾਟਾ ਹੈ ਉਸ ਨੂੰ ਸ਼ੇਅਰ ਕੀਤਾ ਜਾ ਸਕਦਾ ਹੈ। ਇਸ ਕਾਰਨ ਯੂਜ਼ਰ ਇੱਕ ਸਾਈਟ ਤੋਂ ਦੂਜੀ ਥਾਂ ਤੇ ਉਪਲਬਧ ਰਿਸੋਰਸ ਨੂੰ ਵਰਤਣਯੋਗ ਹੁੰਦਾ ਹੈ। ਹੁਣ ਤੁਸੀਂ ਇੰਟਰਨੈਟ ਦੇ ਉੱਤੇ ਵੀਡੀਓਜ਼ ਦੇਖਦੇ ਹੋ, ਗਾਣੇ ਸੁਣਦੇ ਹੋ, ਡਾਊਨਲੋਡ ਕਰਦੇ ਹੋ। ਉਹ ਕੀ ਹੈ? ਉਹ ਰਿਸੋਰਸ ਹੈ। ਜੋ ਡਾਟਾ ਤੁਹਾਡੇ ਕੋਲੇ ਨਹੀਂ ਹੈ ਤੁਸੀਂ ਉਸ ਨੂੰ ਸੇਵ ਕਰ ਸਕਦੇ ਹੋ। ਸੇਵ ਨਹੀਂ ਕਰਨਾ ਤਾਂ ਰੀਅਲ ਟਾਈਮ ਉਸ ਨੂੰ ਸੁਣ ਵੀ ਸਕਦੇ ਹੋ। ਇਲੈਕਟ੍ਰੋਨਿਕ ਮੇਲ ਦੀ ਮਦਦ ਨਾਲ ਡਾਟੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਤੇਜ਼ ਰਫ਼ਤਾਰ ਨਾਲ ਟ੍ਰਾਂਸਫਰ ਕਰਨਾ, ਈਮੇਲ ਕਰ ਸਕਦੇ ਹੋ। ਔਰ ਜੇ ਇੱਕ ਟਾਈਮ ਤੇ ਇੱਕ ਨੋਡ ਦਾ ਸਿਸਟਮ ਬੰਦ ਹੋ ਗਿਆ ਹੈ ਤਾਂ ਸਾਈਟ ਕਿਸੇ ਹੋਰ ਸਿਸਟਮ ਦੇ ਥਰੂ ਚੱਲ ਪਵੇਗੀ। ਡਿਸਟ੍ਰੀਬਿਊਟਡ ਹੈ। ਗਾਹਕ ਨੂੰ ਵਧੀਆ ਸੁਵਿਧਾ ਮਿਲਦੀ ਹੈ। ਹੋਸਟ ਕੰਪਿਊਟਰ ਦੀ ਲੋੜ ਵਿੱਚ ਕਮੀ मतलब ਇੱਕ ਹੋਸਟ ਕੰਪਿਊਟਰ ਜੋ ਮੇਨ ਕੰਪਿਊਟਰ ਹੈ ਉਸ ਦੀ ਯੂਜ਼ਰ ਕਮੀ ਹੁੰਦੀ ਹੈ, ਕਮੀ ਹੋ ਜਾਂਦੀ ਹੈ ਕਿਉਂਕਿ ਉਸ ਦੀ ਲੋੜ ਪੈਂਦੀ ਨਹੀਂ। ਡਾਟਾ ਪ੍ਰੋਸੈਸਿੰਗ ਵਿੱਚ ਹੋਣ ਵਾਲੀ ਦੇਰੀ ਵਿੱਚ ਕਮੀ। ਹੁਣ ਸਿਸਟਮ ਇੱਕ ਹੀ ਨੋਡ ਤੋਂ ਜਾਂ ਇੱਕ ਹੀ ਹੋਸਟ ਤੋਂ ਆਵੇਗਾ ਤਾਂ ਕਈ ਵਾਰ ਸਪੀਡ ਜਾਂ ਟ੍ਰਾਂਸਫਰ ਰੇਟ ਘਟਣ ਨਾਲ, ਹੋਰ ਕਮਿਊਨੀਕੇਸ਼ਨ ਐਰਰ ਆਉਣ ਨਾਲ ਡਾਟਾ ਘਟ ਜਾਂਦਾ ਹੈ, ਪ੍ਰੋਸੈਸਿੰਗ ਸਪੀਡ ਘਟ ਜਾਂਦੀ ਹੈ। ਪਰ ਜੇ ਡਿਸਟ੍ਰੀਬਿਊਟਡ ਡਾਟਾ ਅਲੱਗ-ਅਲੱਗ ਜਗ੍ਹਾ ਤੇ ਵੰਡਿਆ ਹੋਵੇ ਤਾਂ ਉਹ ਛੇਤੀ ਹੀ ਯੂਜ਼ਰ ਨੂੰ ਮਿਲ ਜਾਵੇਗਾ। ਨੈਟਵਰਕ ਆਪਰੇਟਿੰਗ ਸਿਸਟਮ। ਹੁਣ ਨੈਟਵਰਕ ਆਪਰੇਟਿੰਗ ਸਿਸਟਮ ਕਿਹੜੇ ਹਨ? ਨੈਟਵਰਕ ਆਪਰੇਟਿੰਗ ਸਿਸਟਮ ਸਰਵਰ ਤੇ ਚੱਲਦਾ ਹੈ मतलब ਇੱਕ ਮੇਨ ਕੰਪਿਊਟਰ ਅਤੇ ਸਰਵਰ ਨੂੰ ਡਾਟਾ, ਯੂਜ਼ਰਸ, ਗਰੁੱਪ, ਸੁਰੱਖਿਆ, ਐਪਲੀਕੇਸ਼ਨਾਂ ਤੇ ਹੋਰ ਨੈਟਵਰਕਿੰਗ ਫੰਕਸ਼ਨ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦਾ ਹੈ। मतलब ਸਰਵਰ ਦਾ ਮੇਨ ਕੀ ਕੰਮ ਹੁੰਦਾ ਹੈ? ਡਾਟਾ ਨੂੰ ਸੰਭਾਲ ਕੇ ਰੱਖਣਾ, ਯੂਜ਼ਰਸ ਨੂੰ ਮੇਨਟੇਨ ਕਰਨਾ, ਗਰੁੱਪ ਬਣਾ ਕੇ ਰੱਖਣਾ, ਸੁਰੱਖਿਆ, ਐਪਲੀਕੇਸ਼ਨਸ ਅਤੇ ਨੈਟਵਰਕ ਦੇ ਸਾਰੇ ਫੰਕਸ਼ਨ ਦੇ ਕੰਮ ਕਰਨਾ।
ਨੈਟਵਰਕ ਆਪਰੇਟਿੰਗ ਸਿਸਟਮ ਦਾ ਮੁੱਖ ਮੰਤਵ ਇੱਕ ਨੈਟਵਰਕ ਨਾਲ ਜੁੜੇ ਮਲਟੀਪਲ ਕੰਪਿਊਟਰ, ਮਤਲਬ ਇੱਕ ਹੀ ਨੈਟਵਰਕ ਜੁੜੇ ਬਹੁਤ ਸਾਰੇ ਕੰਪਿਊਟਰ, ਜਿਵੇਂ ਕਿ ਲੋਕਲ ਏਰੀਆ ਨੈਟਵਰਕ, ਮਤਲਬ ਇੱਕ ਹੀ ਲੈਬ ਦੇ ਵਿੱਚ ਜੁੜੇ ਹੋਣੇ ਆ, ਇੱਕ ਹੀ ਜਗ੍ਹਾ ਤੇ ਜੁੜੇ ਹੋਣਾ, ਪ੍ਰਾਈਵੇਟ ਨੈਟਵਰਕ ਜਾਂ ਹੋਰ ਨੈਟਵਰਕ ਨੂੰ ਫਾਈਲ ਅਤੇ ਪ੍ਰਿੰਟ ਪਹੁੰਚਾਉਣ ਦੀ ਆਗਿਆ ਦਿੰਦਾ ਹੈ। ਇੱਕ ਹੀ ਪ੍ਰਿੰਟਰ, ਇਹ ਮੰਨ ਕੇ ਚੱਲੋ ਕਿ ਇੱਕ ਹੀ ਸਕੂਲ ਦੇ ਵਿੱਚ ਇੱਕ ਪ੍ਰਿੰਟਰ ਹੈ ਜਾਂ ਇੱਕ ਹੀ ਆਫਿਸ ਦੇ ਵਿੱਚ ਇੱਕ ਹੀ ਪ੍ਰਿੰਟਰ ਹੈ। ਪੂਰੀ ਬਿਲਡਿੰਗ ਦੇ ਪੂਰੀ ਫਲੋਰ ਦੇ ਯੂਜ਼ਰਸ ਕਨੈਕਟਡ ਹਨ, ਕੋਈ ਵੀ ਉਸ ਪ੍ਰਿੰਟਰ ਦੇ ਵਿੱਚੋਂ ਕਮਾਂਡ ਦੇ ਕੇ ਪ੍ਰਿੰਟ ਕਰ ਸਕਦਾ ਹੈ। ਨੈਟਵਰਕ ਆਪਰੇਟਿੰਗ ਸਿਸਟਮ ਦੀਆਂ ਉਦਾਹਰਨਾਂ Microsoft Windows Server 2003, Server 2008, Unix, Linux, Mac OS X, Novell NetWare and VDS ਆਦਿ। ਇਹ ਸਾਰੇ ਨੈਟਵਰਕ ਲਈ ਸਪੈਸ਼ਲੀ ਬਣੇ ਸੀ। ਨੈਟਵਰਕ ਆਪਰੇਟਿੰਗ ਸਿਸਟਮ ਦੇ ਲਾਭ, ਹੁਣ ਲਾਭ ਕੀ ਹਨ? ਸੈਂਟਰਲਾਈਜ਼ਡ ਸਰਵਰ ਬਹੁਤ ਸਥਿਰ ਹੁੰਦੇ ਹਨ, ਮਤਲਬ ਬਹੁਤ ਹੀ ਸਟੇਬਲ ਹੁੰਦੇ ਹਨ। ਇਹਨਾਂ ਦਾ ਡਾਟਾ ਇੱਕ ਹੀ ਰਫ਼ਤਾਰ ਨਾਲ ਕਮਿਊਨੀਕੇਟ ਹੁੰਦਾ ਹੈ। ਸੁਰੱਖਿਆ ਸਰਵਰ ਰਾਹੀਂ ਮੈਨੇਜ ਕੀਤੀ ਜਾਂਦੀ ਹੈ। ਸਾਰੇ ਯੂਜ਼ਰਸ ਦੀ ਸੁਰੱਖਿਆ ਇੱਕ ਹੀ ਸਰਵਰ ਰਾਹੀਂ ਮੈਨੇਜ ਹੋ ਜਾਂਦੀ ਹੈ, ਮਤਲਬ ਇੱਕ ਮੇਨ ਕੰਪਿਊਟਰ ਸਾਰੇ ਕੰਪਿਊਟਰਸ ਨੂੰ ਕੰਟਰੋਲ ਕਰਦਾ ਹੈ ਤੇ ਡਾਟਾ ਸੇਫ ਤੇ ਸਿਕਿਉਰ ਵੀ ਰਹਿੰਦਾ ਹੈ। ਨੈਟਵਰਕ ਨਵੀਆਂ ਤਕਨੀਕਾਂ ਅਤੇ ਹਾਰਡਵੇਅਰ ਨੂੰ ਅਪਗ੍ਰੇਡ ਸਿਸਟਮ ਰਾਹੀਂ ਆਸਾਨੀ ਨਾਲ ਜੋੜਿਆ ਜਾਂਦਾ ਹੈ। ਸਰਵਰ ਨੂੰ ਵੱਖਰੀ ਲੋਕੇਸ਼ਨ ਤੇ ਰਿਮੋਟ ਐਕਸੈਸ ਕਰਨਾ ਸੰਭਵ ਹੈ, ਮਤਲਬ ਕਿਸੇ ਹੋਰ ਜਗ੍ਹਾ ਤੋਂ ਤੁਸੀਂ ਯੂਜ਼ਰ ਕਿਤੇ ਹੋਰ ਜਿਓਗ੍ਰਾਫਿਕਲੀ ਮਤਲਬ ਕਿਸੇ ਹੋਰ ਲੋਕੇਸ਼ਨ ਤੇ ਗਿਆ ਹੋਇਆ ਹੈ, ਉਸਨੇ ਆਪਦਾ ਕੋਈ ਡਾਟਾ ਚੇਂਜ ਕਰਨਾ ਹੈ ਤਾਂ ਮੇਨ ਸਰਵਰ ਤੋਂ ਜਾ ਕੇ ਕਮਾਂਡ ਲੋਕੇਟ ਕਰ ਸਕਦਾ ਹੈ, ਐਕਸੈਸ ਕਰ ਸਕਦਾ ਹੈ ਤੇ ਚੇਂਜ ਵੀ ਕਰ ਸਕਦਾ ਹੈ। ਹਾਨੀਆਂ ਕੀ ਹਨ ਹੁਣ ਇਸ ਦੀਆਂ? ਸਰਵਰ ਨੂੰ ਖਰੀਦਣਾ ਅਤੇ ਚਲਾਉਣਾ ਕਾਫੀ ਮਹਿੰਗਾ ਹੈ। ਕਿਸੇ ਵੀ ਕੰਪਨੀ ਨੇ ਕੋਈ ਸਰਵਰ ਬਾਏ ਕਰਨਾ ਹੈ ਜਾਂ ਐਕਸੈਸ ਕਰਨਾ ਹੈ ਜਾਂ ਤੁਸੀਂ ਚਲਾਉਣਾ ਹੈ ਤਾਂ ਉਹ ਬਹੁਤ ਮਹਿੰਗਾ ਹੈ ਹਜੇ ਵੀ। ਕਈ ਕੰਮਾਂ ਕਰਨ ਲਈ ਸੈਂਟਰਲ ਲੋਕੇਸ਼ਨ ਸਰਵਰ ਤੇ ਨਿਰਭਰ ਕਰਨਾ ਪੈਂਦਾ ਹੈ। ਰੈਗੂਲਰ ਰਖਾਵ ਅਤੇ ਅਪਡੇਟ ਦੀ ਜ਼ਰੂਰਤ ਪੈਂਦੀ ਹੈ। ਤੁਸੀਂ ਇਸ ਨੂੰ ਮੇਨਟੇਨ ਕਰਨਾ ਅਤੇ ਅਪਡੇਟ ਕਰਨਾ ਨਾਲ ਦੀ ਨਾਲ ਅਪਡੇਟ ਕਰਨਾ ਪੈਂਦਾ ਹੈ। ਹੁਣ ਇਸ ਦੀ ਐਗਜ਼ਾਮਪਲ, ਜੇ ਤੁਸੀਂ ਤੁਹਾਡਾ ਡਾਟਾ ਡਿਵਾਈਸ, ਤੁਹਾਡਾ ਸਮਾਰਟਫੋਨ ਤੁਸੀਂ ਯੂਜ਼ ਕਰਦੇ ਹੋ, ਜੇ ਇਸ ਨੂੰ ਟਾਈਮ ਤੋਂ ਟਾਈਮ ਅਪਡੇਟ ਨਹੀਂ ਕਰੋਗੇ ਤਾਂ ਜੋ ਵੀ ਨੈਟਵਰਕ ਦੇ ਵਿੱਚ ਇੰਟਰਨੈਟ ਦੇ ਵਿੱਚ ਚੇਂਜਸ ਆ ਰਹੀਆਂ ਹਨ, ਤੁਹਾਡੀ ਡਿਵਾਈਸ ਉਸ ਨੂੰ ਕਈ ਨਹੀਂ ਚਲਾ ਪਾਉਂਦੀ। ਇਸੇ ਕਰਕੇ ਆਪਰੇਟਿੰਗ ਸਿਸਟਮ ਤੇ ਐਪਲੀਕੇਸ਼ਨ ਸੌਫਟਵੇਅਰ ਦੋਨੇ ਛੇਤੀ ਤੋਂ ਛੇਤੀ ਅਪਡੇਟ ਕਰਨੇ ਪੈਂਦੇ ਹਨ। ਰੀਅਲ ਟਾਈਮ ਆਪਰੇਟਿੰਗ ਸਿਸਟਮ, ਹੁਣ ਰੀਅਲ ਟਾਈਮ ਆਪਰੇਟਿੰਗ ਸਿਸਟਮ ਕੀ ਹਨ? ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ, ਜਿਸ ਵਿੱਚ ਇਨਪੁਟ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲੱਗਦਾ ਹੈ ਉਹ ਬਹੁਤ ਛੋਟਾ ਹੁੰਦਾ ਹੈ, ਮਤਲਬ ਡਾਟਾ ਦਾ ਸੰਚਾਰ ਬਹੁਤ ਛੇਤੀ ਹੋ ਜਾਂਦਾ ਹੈ। ਇਹ ਸਿਸਟਮ ਰਾਹੀਂ ਇਨਪੁਟ ਲੈਣ ਅਤੇ ਅਪਡੇਟਿੰਗ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ। ਮਤਲਬ ਜਿੰਨੇ ਟਾਈਮ ਦੇ ਵਿੱਚ ਡਾਟਾ ਤੁਹਾਡਾ ਸਕਰੀਨ ਤੇ ਆਉਂਦਾ ਹੈ, ਤੁਸੀਂ ਕਮਾਂਡ ਦੇਣ ਤੋਂ ਬਾਅਦ ਉਸਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ, ਜਾਂ ਉਸਦਾ ਰਿਜ਼ਲਟ ਆਉਂਦਾ ਹੈ ਉਸਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ, ਕਿੰਨੇ ਟਾਈਮ ਦੇ ਵਿੱਚ ਉਸਦਾ ਰਿਸਪੌਂਸ ਆਇਆ। ਇਸ ਲਈ ਇਸ ਤਰੀਕੇ ਵਿੱਚ ਰਿਸਪੌਂਸ ਟਾਈਮ ਆਨਲਾਈਨ ਪ੍ਰੋਸੈਸਿੰਗ ਦੇ ਮੁਕਾਬਲੇ ਘੱਟ ਹੁੰਦਾ ਹੈ, ਮਤਲਬ ਤੁਹਾਡਾ ਪ੍ਰੋਸੈਸਿੰਗ ਟਾਈਮ ਆਨਲਾਈਨ ਦੀ ਬਜਾਏ ਇਸ ਤੋਂ ਜ਼ਿਆਦਾ ਹੁੰਦਾ ਹੈ। ਰੀਅਲ ਟਾਈਮ ਸਿਸਟਮਾਂ ਦੀ ਵਰਤੋਂ ਕਦੋਂ ਹੁੰਦੀ ਹੈ? ਜਦੋਂ ਡਾਟੇ ਦੇ ਫਲੋ ਜਾਂ ਪ੍ਰੋਸੈਸ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਨਾ ਬਦਲਣ ਯੋਗ ਹੋਵੇ। ਰੀਅਲ ਟਾਈਮ ਆਪਰੇਟਿੰਗ ਸਿਸਟਮ ਵਿੱਚ ਚੰਗੀ ਤਰ੍ਹਾਂ ਪਰਿਭਾਸ਼ਿਤ ਸਥਿਰ ਸਮਾਂ ਨਿਯਤ ਹੋਣਾ ਚਾਹੀਦਾ ਹੈ, ਮਤਲਬ ਇੱਕ ਡੈਫੀਨੇਟ ਟਾਈਮ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਫੇਲ ਹੋ ਜਾਂਦਾ ਹੈ। ਉਦਾਹਰਣ ਲਈ ਵਿਗਿਆਨਿਕ ਤਜਰਬੇ ਕਰਨਾ, ਤੁਸੀਂ ਕੋਈ ਵੀ ਐਕਸਪੈਰੀਮੈਂਟ ਕਰਨਾ ਹੈ ਸਾਇੰਟਿਫਿਕ, ਮੈਡੀਕਲ ਇਮੇਜ ਸਿਸਟਮ, ਐਕਸ-ਰੇ ਵਗੈਰਾ, MRI ਵਗੈਰਾ, ਇੰਡਸਟਰੀਅਲ ਕੰਟਰੋਲ ਸਿਸਟਮ, ਤੁਸੀਂ ਮਸ਼ੀਨਰੀ ਨੂੰ ਕੰਟਰੋਲ ਕਰਨਾ ਹੈ, ਜਿਹੜੀ ਮਸ਼ੀਨ ਨੂੰ ਇੰਨਾ ਸਮਾਂ ਹੀ ਚੱਲੇਗਾ ਤਾਂ ਜੇ ਉਸ ਸਮਾਂ ਨਹੀਂ ਚੱਲੇਗਾ ਤਾਂ ਮਸ਼ੀਨਰੀ ਅੱਗੇ ਚੱਲਣ ਵਾਲੀ ਕਮਾਂਡ ਖਰਾਬ ਹੋ ਜਾਏਗੀ। ਹਥਿਆਰ, ਵੈਪਨ ਸਿਸਟਮ, ਤੁਸੀਂ ਵੈਪਨ ਨੂੰ ਕਮਾਂਡ ਦੇਣੀ ਹੈ ਵੀ ਇੰਨੇ ਵਜੇ ਇਹ ਇੰਨੇ ਟਾਈਮ ਤੇ ਫਾਇਰ ਕਰੇ। ਰੋਬੋਟਸ, 에ਅਰਫੋਰਸ ਕੰਟਰੋਲ ਸਿਸਟਮ, ਇਹ ਸਾਰੇ ਰੀਅਲ ਟਾਈਮ ਆਪਰੇਟਿੰਗ ਸਿਸਟਮਸ ਆਉਂਦੇ ਹਨ ਜੋ ਨਾਲ ਦੀ ਨਾਲ ਹੀ
ਇੰਨੇ ਸਮੇਂ ਵਿੱਚ ਚੱਲਣੇ ਚਾਹੀਦੇ ਹਨ। ਹੁਣ ਅਸੀਂ ਗੱਲ ਕਰਾਂਗੇ DOS ਅਤੇ ਵਿੰਡੋਜ਼ ਆਪਰੇਟਿੰਗ ਸਿਸਟਮ ਵਿੱਚ ਕੀ ਫਰਕ ਹੈ। ਡਿਸਕ ਆਪਰੇਟਿੰਗ ਸਿਸਟਮ, ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ DOS ਕਿਹਾ ਜਾਂਦਾ ਹੈ, ਇਹ ਮਾਈਕਰੋਸਾਫਟ ਕਾਰਪੋਰੇਸ਼ਨ ਦਾ ਇੱਕ ਪ੍ਰੋਡਕਟ ਹੈ ਜੋ ਸਾਲ 1981 ਵਿੱਚ ਜਾਰੀ ਕੀਤਾ ਗਿਆ ਸੀ। ਹੁਣ ਵਿੰਡੋਜ਼ ਆਪਰੇਟਿੰਗ ਸਿਸਟਮ ਨੇ ਜਦੋਂ ਸ਼ੁਰੂ ਹੋਈ ਸੀਗੀ ਤਾਂ ਵਿੰਡੋਜ਼ ਤੋਂ ਸਟਾਰਟ ਨਹੀਂ ਹੁੰਦੀ ਸੀ। ਡਿਸਕ ਚਲਾਉਣਾ ਕਿੱਥੋਂ ਸੰਭਵ ਹੁੰਦਾ ਸੀ? ਡਿਸਕ ਆਪਰੇਟਿੰਗ ਸਿਸਟਮ ਤੋਂ, DOS ਤੋਂ। ਔਰ ਇਸ ਦੀ ਖਾਸੀਅਤ ਇਹ ਸੀ, ਇਹ ਕਮਾਂਡ ਬੇਸ ਸੀ, ਜਿਸ ਉਸ ਸਮੇਂ ਵਿੱਚ ਜੋ ਵੀ ਲੈਂਗੁਏजेस, ਮਸ਼ੀਨ ਲੈਂਗੁਏਜ, ਮਿਡਲ ਲੈਂਗੁਏਜ ਜੋ ਵੀ ਸੀਗੀਆਂ ਕੰਪਿਊਟਰ ਬੇਸਡ, ਉਹ ਸਾਰੀਆਂ ਮਸ਼ੀਨ ਬੇਸ ਸੀ, ਕਮਾਂਡ ਬੇਸ ਸੀ। ਤਾਂ ਇਹ ਉਦੋਂ ਚੱਲਣਾ ਸ਼ੁਰੂ ਹੋਇਆ ਸੀ। ਹੁਣ ਇਹ ਮਾਈਕਰੋਸਾਫਟ ਵਿੰਡੋਜ਼ ਆਪਰੇਟਿੰਗ ਸਿਸਟਮ ਦਾ ਅਹਿਮ ਭਾਗ ਬਣ ਗਿਆ ਹੈ। ਹੁਣ ਵਾਲੀਆਂ ਵਿੰਡੋਜ਼ ਦੇ ਵਿੱਚ, ਲੇਟੈਸਟ ਵਿੰਡੋ ਦੇ ਵਿੱਚ ਕਮਾਂਡ ਪ੍ਰੌਂਪਟ DOS ਪ੍ਰੌਂਪਟ ਹੈ, ਪਰ ਉਸ ਤੋਂ ਵਿੰਡੋਜ਼ ਸਟਾਰਟ ਨਹੀਂ ਹੁੰਦੀ ਹੈ। ਵਿੰਡੋਜ਼ ਸਟਾਰਟ ਵਿੰਡੋਜ਼ 6.1 ਤੋਂ ਸਟਾਰਟ ਹੋਣੀ ਸ਼ੁਰੂ ਹੋ ਗਈ ਸੀ। ਕੰਪਿਊਟਰ ਵਿੰਡੋਜ਼ ਤੋਂ ਸਟਾਰਟ ਹੋਣਾ ਸ਼ੁਰੂ ਹੋ ਗਿਆ ਤੇ ਤੁਸੀਂ ਉਸ ਤੋਂ ਬਾਅਦ DOS ਪ੍ਰੌਂਪਟ ਜਾਣਾ ਸ਼ੁਰੂ ਕਰਦੇ। ਦੈਨ ਜਿਵੇਂ ਹੀ ਵਿੰਡੋਜ਼ 95 ਆਈ, ਐਵਰੀਥਿੰਗ, ਸਾਰਾ ਕੁਝ ਗ੍ਰਾਫਿਕ ਯੂਜ਼ਰ ਇੰਟਰਫੇਸ ਬਣ ਗਿਆ। ਮਤਲਬ ਕੋਈ ਵੀ ਯੂਜ਼ਰ ਉਸ ਨੂੰ ਆਸਾਨੀ ਨਾਲ ਚਲਾ ਸਕਦਾ ਸੀ। DOS ਪ੍ਰੌਂਪਟ ਨੂੰ ਚਲਾਉਣ ਲਈ ਅਤੇ ਫਾਈਲਾਂ ਤੇ ਡਾਇਰੈਕਟਰੀਆਂ ਤੇ ਕੰਮ ਕਰਨ ਲਈ ਕਮਾਂਡ ਹੈ start run cmd। ਹੁਣ ਤੁਸੀਂ ਸਟਾਰਟ ਤੇ ਕਲਿੱਕ ਕਰੋ, ਰਨ cmd, ਕਮਾਂਡ ਬੇਸਡ। ਆ ਸਾਰਾ ਕਮਾਂਡ ਬੇਸ ਹੈ। ਕੱਲੀ ਕੱਲੀ ਡਾਇਰੈਕਟਰੀ ਤੋਂ ਬਾਹਰ ਜਾਣ ਲਈ, ਡਾਇਰੈਕਟਰੀ ਚੇਂਜ ਕਰਨ ਲਈ dir/w, ਤੁਹਾਡੇ ਡਿਸਕ ਦੇ ਵਿੱਚ ਕਿੰਨੀਆਂ ਡਾਇਰੈਕਟਰੀਜ਼ ਹਨ ਵਗੈਰਾ ਵਗੈਰਾ, ਤੇ ਇਸ ਨੂੰ ਬਾਹਰ ਆਉਣ ਲਈ ਐਗਜ਼ਿਟ। ਇਹ ਹੈ ਤੁਹਾਡਾ DOS ਪ੍ਰੌਂਪਟ। ਵਿੰਡੋਜ਼ ਮਾਈਕਰੋਸਾਫਟ ਰਾਹੀਂ ਪਰਸਨਲ ਕੰਪਿਊਟਰ ਤੇ ਕੰਮ ਕਰਨ ਲਈ ਉન્નਤ ਕੀਤੇ ਗਏ ਮਸ਼ਹੂਰ ਆਪਰੇਟਿੰਗ ਸਿਸਟਮ ਦੀ ਲੜੀ ਹੈ। ਵਿੰਡੋਜ਼ ਦਾ ਪਹਿਲਾ ਐਡੀਸ਼ਨ ਸਾਲ 1985 ਵਿੱਚ ਇਜਾਦ ਕੀਤਾ ਗਿਆ ਸੀ। ਹੁਣ DOS ਕਦੋਂ ਆਈ ਸੀ? 1981 ਦੇ ਵਿੱਚ। ਤੇ ਉਸ ਦਾ ਪਹਿਲਾ ਸਿਸਟਮ 1900, ਜਿਹੜਾ ਯੂਜ਼ਰ ਇੰਟਰਫੇਸ ਪ੍ਰੋਪਰਲੀ ਕੋਈ ਵੀ ਯੂਜ਼ਰ ਚਲਾ ਸਕਦਾ ਸੀ, ਉਹ 1985 ਵਿੱਚ ਆਇਆ ਸੀ। ਇਹ 16 ਬਿਟ ਆਪਰੇਟਿੰਗ ਸਿਸਟਮ ਸੀ ਜੋ ਕਿ DOS 5.0 ਤੇ ਚੱਲਦਾ ਸੀ। ਹੁਣ DOS ਦਾ 5ਵਾਂ ਵਰਜ਼ਨ ਆ ਗਿਆ ਸੀਗਾ ਉਸ ਤੱਕ। 1985 ਤੋਂ ਲੈ ਕੇ ਹੁਣ ਤੱਕ ਮਾਈਕਰੋਸਾਫਟ ਕਾਰਪੋਰੇਸ਼ਨ ਰਾਹੀਂ ਜਿੰਨੇ ਵੀ ਵਿੰਡੋਜ਼ ਆਪਰੇਟਿੰਗ ਸਿਸਟਮ ਜਾਰੀ ਕੀਤੇ ਗਏ ਹਨ, ਉਹਨਾਂ ਵਿੱਚੋਂ ਖਾਸ ਵਿੰਡੋਜ਼ 98, ਵਿੰਡੋਜ਼ 2000 ਪ੍ਰੋਫੈਸ਼ਨਲ, ਵਿੰਡੋਜ਼ XP, ਵਿੰਡੋਜ਼ ਵਿਸਟਾ, ਵਿੰਡੋਜ਼ 7, ਵਿੰਡੋਜ਼ 8, ਹੁਣ ਵਿੰਡੋਜ਼ 10। ਜੇਕਰ ਅੰਤਰ ਦੀ ਗੱਲ ਕਰੀਏ ਤਾਂ DOS ਵਿੱਚ ਵਿੰਡੋਜ਼ ਵਿਚਕਾਰ 5 ਮੁੱਖ ਅੰਤਰ ਹਨ। DOS ਤੇ ਵਿੰਡੋਜ਼ ਕੀ ਹੈ? DOS ਕਮਾਂਡ ਬੇਸਡ ਹੈ, ਇਸੇ ਕਰਕੇ ਇਹ ਸਿੰਗਲ ਯੂਜ਼ਰ ਹੈ, ਇੱਕ ਹੀ ਯੂਜ਼ਰ ਇੱਕ ਟਾਈਮ ਤੇ ਕੰਮ ਕਰ ਸਕਦਾ ਹੈ। ਵਿੰਡੋਜ਼ ਮਲਟੀ ਯੂਜ਼ਰ ਹੈ, ਮਤਲਬ ਗ੍ਰਾਫਿਕ ਯੂਜ਼ਰ ਇੰਟਰਫੇਸ ਵਧੀਆ ਹੁੰਦੇ ਹਨ ਤਾਂ ਕਈ ਸਾਰੇ ਯੂਜ਼ਰ ਇੱਕ ਹੀ ਟਾਈਮ ਤੇ ਇਸ ਨੂੰ ਕਮਾਂਡਸ ਦੇ ਸਕਦੇ ਹਨ ਜਾਂ ਇੱਕ ਹੀ ਸਿਸਟਮ ਨੂੰ ਚਲਾ ਸਕਦੇ ਹਨ। ਅਲੱਗ-ਅਲੱਗ ਯੂਜ਼ਰ ਕੋਡ ਬਣ ਜਾਂਦੇ ਹਨ। ਸਿੰਗਲ ਟਾਸਕ ਹੈ, ਇੱਕ ਹੀ ਟਾਈਮ ਤੇ ਇੱਕ ਟਾਸਕ ਚੱਲੇਗਾ DOS ਦੇ ਵਿੱਚ। ਇਸ ਦੇ ਵਿੱਚ ਕਈ ਟਾਸਕ ਚਲਾ ਸਕਦੇ ਹੋ, ਕਈ ਐਪਸ ਚਲਾ ਸਕਦੇ ਹੋ, ਜਿਵੇਂ ਤੁਸੀਂ ਅੱਜ ਕੱਲ੍ਹ ਸਮਾਰਟਫੋਨ ਚਲਾਉਂਦੇ ਹੋ। ਇਹ ਟਾਈਮ ਸ਼ੇਅਰਿੰਗ ਨਹੀਂ ਹੈ, ਮਤਲਬ ਇਸ ਦੇ ਵਿੱਚ ਤੁਸੀਂ ਟਾਈਮ ਸ਼ੇਅਰ ਨਹੀਂ ਕਰ ਸਕਦੇ। ਵਿੰਡੋਜ਼ ਦੇ ਵਿੱਚ ਕਰ ਸਕਦੇ ਹੋ। DOS ਦੇ ਵਿੱਚ ਇਨਪੁਟ ਯੰਤਰ ਕੀਬੋਰਡ ਹੁੰਦਾ ਹੈ। ਹੁਣ DOS ਆਪਰੇਟਿੰਗ ਸਿਸਟਮ ਦੇ ਵਿੱਚ ਕਿਉਂਕਿ ਕਮਾਂਡ ਦੇਣੀ ਹੈ ਤੁਸੀਂ, ਤਾਂ ਸਿਰਫ ਕੀਬੋਰਡ ਰਾਹੀਂ ਦਿੱਤੀ ਜਾ ਸਕਦੀ ਹੈ। ਜਦ ਕਿ ਵਿੰਡੋਜ਼ ਦੇ ਵਿੱਚ ਤੁਸੀਂ ਆਪਣੀ ਸਪੀਚ ਨਾਲ, ਸਪੀਕਰ ਦੇ ਨਾਲ ਕਮਾਂਡ ਦੇ ਸਕਦੇ ਹੋ, ਮਾਊਸ ਨਾਲ ਦੇ ਸਕਦੇ ਹੋ, ਸਕੈਨਰ ਦੇ ਸਕਦੇ ਹੋ, ਬਾਰਕੋਡਸ ਦੇ ਰਾਹੀਂ ਚਲਾ ਸਕਦੇ ਹੋ। ਅਲੱਗ-ਅਲੱਗ ਕਮਾਂਡਸ ਨੂੰ ਅਲੱਗ-ਅਲੱਗ ਆਪਰੇਟਿੰਗ ਸਿਸਟਮ ਨੂੰ ਜਾਂ ਕੀਬੋਰਡ ਜਾਂ ਮਾਊਸ ਤੋਂ ਯੂਜ਼ ਕੀਤਾ ਜਾ ਸਕਦਾ ਹੈ। ਕਰੈਕਟਰ ਯੂਜ਼ਰ ਇੰਟਰਫੇਸ, ਮਤਲਬ ਇਹ ਕਰੈਕਟਰ ਯੂਜ਼ਰ ਇੰਟਰਫੇਸ ਹੈ। ਟਾਈਪ ਹੁੰਦਾ ਹੈ, ਕਰੈਕਟਰ ਟਾਈਪ ਹੁੰਦਾ ਹੈ ਤੇ ਯੂਜ਼ਰ ਇਸ ਨੂੰ ਯੂਜ਼ ਕਰਦਾ ਹੈ। ਇਸ ਦੇ ਵਿੱਚ ਗ੍ਰਾਫਿਕਲ, ਵਿੰਡੋਜ਼ ਗ੍ਰਾਫੀ ਯੂਜ਼ ਕਰਦਾ ਹੈ, ਮਤਲਬ ਫੋਟੋਆਂ, ਪਿਕਚਰਸ ਆਦਿ। ਉਸ ਤੋਂ ਬਾਅਦ ਲਾਈਨੈਕਸ ਦੀ ਗੱਲ ਕਰੀਏ। ਲਾਈਨੈਕਸ ਆਪਰੇਟਿੰਗ ਸਿਸਟਮ, ਲਾਈਨੈਕਸ ਯੂਨਿਕਸ ਆਪਰੇਟਿੰਗ ਸਿਸਟਮ ਦਾ ਇੱਕ ਮਸ਼ਹੂਰ ਵਰਜ਼ਨ ਹੈ। ਹੁਣ ਲਾਈਨੈਕਸ ਕੀ ਹੈ? ਇੱਕ ਆਪਰੇਟਿੰਗ ਸਿਸਟਮ ਹੈ ਯੂਨਿਕਸ ਦਾ।
ਇਹ ਓਪਨ ਸੋਰਸ ਹੁੰਦਾ ਹੈ। ਓਪਨ ਸੋਰਸ ਦਾ ਮਤਲਬ ਹੈ ਕੋਈ ਵੀ ਯੂਜ਼ਰ ਇਸ ਨੂੰ ਆਪਣੇ ਮੁਤਾਬਿਕ ਕੋਡ ਕਰਕੇ ਚੇਂਜ ਕਰ ਸਕਦਾ ਹੈ, ਜਿਵੇਂ ਜੋ ਕਿ ਵਿੰਡੋਜ਼ ਦੇ ਵਿੱਚ ਉਪਲਬਧ ਨਹੀਂ ਹੈ। ਜਦੋਂ ਤੁਸੀਂ ਵਿੰਡੋਜ਼ ਇੰਸਟਾਲ ਕਰਦੇ ਹੋ ਉਸ ਤੋਂ ਬਾਅਦ ਉਸ ਨੂੰ ਚੇਂਜ ਨਹੀਂ ਕਰ ਸਕਦੇ ਕਿਉਂਕਿ ਉਸ ਦੀ ਕੋਡਿੰਗ ਲੌਕਡ ਹੁੰਦੀ ਹੈ। ਲਾਈਨੈਕਸ ਦੇ ਵਿੱਚ ਤੁਸੀਂ ਆਪਦੇ ਤਰੀਕੇ ਨਾਲ ਉਸ ਨੂੰ ਮੋਡੀਫਾਈ ਕਰਕੇ ਦਿੱਖ ਚੇਂਜ ਕਰ ਸਕਦੇ ਹੋ, ਉਸ ਦੀ ਵਰਕਿੰਗ ਚੇਂਜ ਕਰ ਸਕਦੇ ਹੋ ਅਤੇ ਇਸ ਦਾ ਸੋਰਸ ਕੋਡ ਮੁਫਤ ਉਪਲਬਧ ਹੁੰਦਾ ਹੈ। ਹੁਣ ਓਪਨ ਸੋਰਸ ਦੇ ਜਿੰਨੇ ਵੀ ਸੌਫਟਵੇਅਰ ਆਪਰੇਟਿੰਗ ਸਿਸਟਮ ਹਨ ਉਹ ਸਾਰੇ ਮੁਫਤ ਅਵੇਲੇਬਲ ਹੁੰਦੇ ਹਨ। ਇਹ ਵਰਤੋਂ ਵਿੱਚ ਫ੍ਰੀ ਹੁੰਦਾ ਹੈ। ਯੂਨਿਕਸ ਦੀ ਜਟਿਲਤਾ ਨੂੰ ਦੇਖਦੇ ਹੋਏ, ਮਤਲਬ ਇਸ ਦੀ ਵਰਕਿੰਗ ਇੰਨੀ ਸਟਰੋਂਗ ਹੈ, ਵਧੀਆ ਹੈ, ਲਾਈਨੈਕਸ ਨੂੰ ਡਿਜ਼ਾਈਨ ਕੀਤਾ ਗਿਆ ਸੀ। ਯੂਨਿਕਸ ਦੀ ਜਟਿਲਤਾ ਮਤਲਬ ਇਸ ਦੀ ਕੋਡਿੰਗ ਥੋੜੀ ਜਿਹੀ ਹਾਰਡ ਹੁੰਦੀ ਹੈ, ਤਾਂ ਲਾਈਨੈਕਸ ਨੂੰ ਇਸ ਦੇ ਕੰਮ ਕਰਨ ਦੀ ਲਿਸਟ ਯੂਨਿਕਸ ਵਾਂਗ ਹੀ ਹੈ, ਮਤਲਬ ਯੂਨਿਕਸ ਵਾਂਗ ਹੀ ਕੰਮ ਕਰ ਸਕਦਾ। ਬੇਸਿਕ ਫੀਚਰ ਕੀ ਹਨ? ਪੋਰਟੇਬਲ, ਮਤਲਬ ਇਹ ਸੌਫਟਵੇਅਰ ਵੱਖ-ਵੱਖ ਕਿਸਮ ਦੇ ਹਾਰਡਵੇਅਰ ਤੇ ਚੱਲ ਸਕਦੇ ਹਨ। ਲਾਈਨੈਕਸ ਕਰਨਲ ਅਤੇ ਆਪਰੇਟਿੰਗ ਐਪਲੀਕੇਸ਼ਨ ਪ੍ਰੋਗਰਾਮ ਕਿਸ ਵੀ ਕਿਸਮ ਦੇ ਹਾਰਡਵੇਅਰ ਤੇ ਚੱਲ ਸਕਦੇ ਹਨ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਜਾਂਦਾ ਹੈ ਕਿਸੇ ਵੀ ਤਰ੍ਹਾਂ ਦੇ ਹਾਰਡਵੇਅਰ ਤੇ ਇਹ ਇੰਸਟਾਲ ਹੋ ਜਾਂਦੇ ਹਨ, ਚੱਲ ਸਕਦੇ ਹਨ। ਓਪਨ ਸੋਰਸ ਹਨ, ਫ੍ਰੀ ਹਨ, ਕੋਈ ਵੀ ਮੋਡੀਫਾਈ ਕਰ ਸਕਦਾ ਹੈ, ਮਲਟੀ ਯੂਜ਼ਰ ਹਨ, ਮਲਟੀ ਪ੍ਰੋਗਰਾਮਿੰਗ ਕਰ ਸਕਦੇ ਹੋ ਅਤੇ ਹਾਇਰਾਰਕੀਕਲ ਫਾਈਲ ਸਿਸਟਮ, ਮਤਲਬ ਤੁਹਾਡੀ ਫਾਈਲ ਸਿਸਟਮ ਇੱਕ ਹਾਇਰਾਰਕੀ ਦੇ ਵਿੱਚ ਰਹਿੰਦੀ ਹੈ, ਇੱਕ ਸੀਕੁਐਂਸ ਦੇ ਵਿੱਚ। ਲਾਈਨੈਕਸ ਵਿੱਚ ਸਟੈਂਡਰਡ ਫਾਈਲ ਸਟਰਕਚਰ, ਇੱਕ ਫਾਈਲ ਸਟਰਕਚਰ ਹੁੰਦਾ ਹੈ ਜੋ ਫਾਈਲਾਂ ਅਤੇ ਡਾਇਰੈਕਟਰੀਆਂ ਦੀ ਇੱਕ ਟਰੀ ਦੀ ਸ਼ਕਲ ਵਿੱਚ ਹੁੰਦਾ ਹੈ। ਸ਼ੈਲ, ਉਸ ਦੀ ਕੰਮ ਕਰਨ ਦੀ ਤਰੀਕਾ। ਲਾਈਨੈਕਸ ਵਿੱਚ ਖਾਸ ਇੰਟਰਪ੍ਰੀਟਰ ਪ੍ਰੋਗਰਾਮ ਦੀ ਸਹੂਲਤ ਹੁੰਦੀ ਹੈ, ਮਤਲਬ ਉਸ ਦੀ ਕਮਾਂਡ ਬੇਸ ਸਹੂਲਤ ਹੁੰਦੀ ਹੈ ਜਿਸ ਵਰਤੋਂ ਆਪਰੇਟਿੰਗ ਸਿਸਟਮ ਦੀਆਂ ਕਮਾਂਡਾਂ ਨੂੰ ਲਾਗੂ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਵੱਖੋ ਵੱਖਰੇ ਆਪਰੇਸ਼ਨ ਐਪਲੀਕੇਸ਼ਨ ਪ੍ਰੋਗਰਾਮ ਆਦਿ ਬਣਾਉਣ ਵਿੱਚ ਵਰਤੀ ਜਾ ਸਕਦੀ ਹੈ। ਸੁਰੱਖਿਆ, ਲਾਈਨੈਕਸ ਇੰਟਰਪ੍ਰੀਟਰ ਯੂਜ਼ਰ ਨੂੰ ਖਾਸ ਅਧਿਕਾਰ ਅਧੀਨ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਵੇਂ ਕਿ ਪਾਸਵਰਡ ਪ੍ਰੋਟੈਕਸ਼ਨ, ਖਾਸ ਕਿਸਮ ਦੀਆਂ ਫਾਈਲਾਂ ਤੇ ਪਹੁੰਚ ਦੇ ਨਿਯੰਤਰਣ ਕਰਨਾ, ਡਾਟੇ ਨੂੰ ਇਨਕਾਰਪੋਰੇਟ ਕਰਨਾ, ਇਨਕ੍ਰਿਪਟ ਕਰਨਾ, ਮਤਲਬ ਕੋਡ ਕਰਨਾ, ਪਾਸਵਰਡ ਲਗਾਉਣਾ। ਹੁਣ ਆਰਕੀਟੈਕਚਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਇਸ ਡਾਇਗਰਾਮ ਨੂੰ ਦੇਖੋ। ਇਸ ਪਿਕਚਰ ਦੇ ਵਿੱਚ ਖਾਸ ਤੌਰ ਤੇ ਦਿਖ ਰਿਹਾ ਹੈ ਕਿ ਹਾਰਡਵੇਅਰ ਜੋ ਸਭ ਤੋਂ ਅੰਦਰਲੇ ਹਿੱਸੇ ਦੇ ਵਿੱਚ ਹੈ, ਜਿਸ ਨੂੰ ਯੂਜ਼ਰ ਦੀ ਪਹੁੰਚ ਨਹੀਂ ਹੁੰਦੀ ਹੈ। ਉਸ ਤੋਂ ਬਾਅਦ ਹਾਰਡਵੇਅਰ ਤੋਂ ਬਾਅਦ ਕਰਨਲ ਕੰਮ ਕਰਦੇ ਹਨ, ਜੋ ਹਾਰਡਵੇਅਰ ਤੇ ਯੂਜ਼ਰ ਦੇ ਇੱਕਦਮ ਸੈਂਟਰਲ ਪਾਰਟ ਦੇ ਨਾਲ ਕੰਮ ਕਰਦੇ ਹਨ। ਉਸ ਤੋਂ ਬਾਅਦ ਸ਼ੈਲ ਹੁੰਦਾ ਹੈ ਜੋ ਕਮਾਂਡਾਂ ਦੀ ਇੱਕ ਲੜੀ ਹੁੰਦੀ ਹੈ। ਉਸ ਦੇ ਬਾਹਰ, ਸ਼ੈਲ ਦੇ ਬਾਹਰ ਕੰਪਾਈਲਰ, ਐਪਲੀਕੇਸ਼ਨਸ, ਸੀਡੀਜ਼, ਗ੍ਰੈਪ, ਡੇਟ ਉਹ ਯੂਜ਼ਰ ਐਕਸੈਸ ਕਰ ਸਕਦੇ ਹਨ। ਹੁਣ ਹਾਰਡਵੇਅਰ ਲੇਅਰ ਕੀ ਦੱਸਦੀ ਹੈ? ਸਾਰੇ ਪੈਰੀਫਰਲ ਯੰਤਰ, ਮਤਲਬ ਜੋ ਕਿ ਤੁਹਾਡੇ ਡਿਵਾਈਸਿਸ ਹਨ, ਪ੍ਰਿੰਟਰ, ਮੋਨੀਟਰ, ਕੀਬੋਰਡ, ਮਾਊਸ, ਸਕੈਨਰ, ਸਪੀਕਰ ਆਦਿ। ਕਰਨਲ ਇਹ ਆਪਰੇਟਿੰਗ ਸਿਸਟਮ ਦਾ ਕੋਰ ਕੰਪੋਨੈਂਟ ਹੁੰਦਾ ਹੈ ਜੋ ਕਿ ਸਿੱਧੇ ਤੌਰ ਤੇ ਹਾਰਡਵੇਅਰ ਨਾਲ ਸੰਪਰਕ ਕਰਦਾ ਹੈ। ਕਰਨਲ ਕੀ ਕਰਦਾ ਹੈ? ਹਾਰਡਵੇਅਰ ਨਾਲ ਸਿੱਧੇ ਤੌਰ ਤੇ ਸੰਪਰਕ ਕਰਦਾ ਹੈ ਅਤੇ ਅਪਰ ਲੇਅਰ ਕੰਪੋਨੈਂਟਸ ਨੂੰ ਲੋਅਰ ਲੈਵਲ ਸਰਵਿਸ ਮੁਹੱਈਆ ਕਰਦਾ ਹੈ, ਮਤਲਬ ਹਾਰਡਵੇਅਰ ਤੇ ਯੂਜ਼ਰ ਦੇ ਵਿਚਾਲੇ ਮੁਹੱਈਆ ਕਰਵਾਉਂਦਾ ਹੈ ਲੈਂਗੁਏਜ। ਸ਼ੈਲ ਕਰਨਲ ਨਾਲ ਸੰਪਰਕ ਕਰਕੇ ਇਹ ਯੂਜ਼ਰ ਤੋਂ ਕਰਨਲ ਦੇ ਗੁੰਝਲਦਾਰ ਫੰਕਸ਼ਨ ਨੂੰ ਛੁਪਾ ਦਿੰਦਾ ਹੈ, ਮਤਲਬ ਜੋ ਕਿ ਮਸ਼ੀਨ ਲੈਂਗੁਏਜ ਅਤੇ ਯੂਜ਼ਰ ਦੇ ਵਿਚਾਲੇ ਡਾਟਾ ਟ੍ਰਾਂਸਫਰ ਹੁੰਦਾ ਹੈ, ਉਹ ਸਾਰਾ ਸ਼ੈਲ ਦੇ ਥਰੂ ਹੁੰਦਾ ਹੈ। ਇਹ ਯੂਜ਼ਰ ਤੋਂ ਕਮਾਂਡ ਲੈਂਦਾ ਹੈ, ਜੋ ਯੂਜ਼ਰ ਨੇ ਕੀਬੋਰਡ ਤੋਂ ਕਮਾਂਡ ਦਿੱਤੀ, ਉਹ ਇਸ ਨੂੰ ਕਰਨਲਸ ਨੂੰ ਪਾਸ ਆਨ ਕਰ ਦਿੰਦਾ ਹੈ। ਕਰਨਲਸ ਦੈਨ ਉਹੀ ਆਪਣੀ ਲੈਂਗੁਏਜ ਦੇ ਵਿੱਚ ਕਨਵਰਟ ਕਰਕੇ, ਪ੍ਰੋਸੈਸ ਕਰਕੇ ਹਾਰਡਵੇਅਰ ਤੋਂ ਲੈ ਕੇ ਫਿਰ ਸ਼ੈਲ ਨੂੰ ਪ੍ਰਦਾਨ ਕਰਦਾ ਹੈ ਅਤੇ ਸ਼ੈਲ ਫਿਰ ਉਸ ਨੂੰ ਯੂਜ਼ਰ ਨੂੰ ਦਿੰਦਾ ਹੈ। ਯੂਟਿਲਿਟੀ ਪ੍ਰੋਗਰਾਮ ਯੂਜ਼ਰ ਨੂੰ ਮੁੱਖ ਰੂਪ ਵਿੱਚ ਆਪਰੇਟਿੰਗ ਸਿਸਟਮਾਂ ਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦੇ ਹਨ, ਜੋ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਹੁਣ ਕੰਪਿਊਟਰ ਸੁਰੱਖਿਆ।
ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣਅਧਿਕਾਰਿਤ ਵਰਤੋਂ ਨੂੰ ਚੈੱਕ ਕਰਦੀ ਹੈ ਤੇ ਇਸ ਨੂੰ ਰੋਕਦੀ ਹੈ। ਹੁਣ ਅਣਅਧਿਕਾਰਿਤ ਵਰਤਾ ਜਿਸ ਨੂੰ ਪਰਮਿਸ਼ਨ ਨਾ ਹੋਵੇ ਕੰਮ ਕਰਨ ਦੀ ਤੁਹਾਡੇ ਕੰਪਿਊਟਰ ਤੇ ਜਾਂ ਚਲਾਉਣ ਦੀ। ਇਹ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਪ੍ਰੋਟੈਕਸ਼ਨ। ਔਰ ਇਸ ਦੀ ਰੋਕਥਾਮ ਦੇ ਲਈ ਤੁਹਾਡੀ ਡਿਵਾਈਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਿਵੇਂ ਕਿ ਪਾਸਵਰਡ ਪ੍ਰੋਟੈਕਸ਼ਨ। ਹੈਕਰ ਦੀ ਪਹੁੰਚ ਤੋਂ ਹੈਕਰ ਉਹ ਪ੍ਰੋਗਰਾਮਰ ਹੁੰਦਾ ਹੈ, ਉਹ ਯੂਜ਼ਰ ਹੁੰਦਾ ਹੈ ਜੋ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਤੁਹਾਡੀ ਡਾਟਾ ਨੂੰ ਚੈੱਕ ਕਰਦਾ ਹੈ, ਯੂਜ਼ ਕਰਦਾ ਹੈ। ਉਸ ਨੂੰ ਹੈਕਰ ਕਹਿੰਦੇ ਹਨ ਅਤੇ ਉਸ ਨੂੰ ਡਿਲੀਟ ਜਾਂ ਚੇਂਜ ਵੀ ਕਰ ਸਕਦਾ ਹੈ ਤੁਹਾਡੀ ਪਰਮਿਸ਼ਨ ਤੋਂ ਬਿਨਾਂ। ਇਸ ਦੀ ਡਿਟੈਕਸ਼ਨ ਸਾਡੀ ਇੱਕ ਨਿਰਧਾਰਿਤ ਕਰਨ ਦੀ ਮਦਦ ਕਰਦਾ ਹੈ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਇਸ ਨੂੰ ਪਹੁੰਚਣ ਦੀਆਂ, ਉਸ ਨੂੰ ਅਸਫਲ ਕਰਨ ਦੇ ਵਿੱਚ। ਜੇ ਉਹਨਾਂ ਦੀ ਕੋਸ਼ਿਸ਼ ਸਫਲ ਰਹੀ ਹੈ ਤਾਂ ਉਹਨਾਂ ਨੂੰ ਕੀਤਾ ਜਾਂਦਾ ਹੈ, ਚੈੱਕ ਕੀਤਾ ਜਾਂਦਾ ਹੈ। ਸਾਡੇ ਕੰਪਿਊਟਰ ਸਾਡੇ ਰੋਜ਼ਾਨਾ ਦੇ ਹਰੇਕ ਕੰਮ ਵਿੱਚ, ਜਿਵੇਂ ਕਿ ਬੈਂਕਿੰਗ, ਅੱਜ ਕੱਲ੍ਹ ਸਾਰੀਆਂ ਡਿਵਾਈਸਿਸ ਆਨਲਾਈਨ ਬੈਂਕਿੰਗ, ਤੁਸੀਂ ਐਪ ਡਾਊਨਲੋਡ ਕਰਦੇ ਹੋ, ਖਰੀਦਦਾਰੀ ਕਰਦੇ ਹੋ। ਸੋਚੋ ਕੋਈ ਹੋਰ ਯੂਜ਼ਰ ਤੁਹਾਡੇ ਫੋਨ ਦੇ ਵਿੱਚ ਐਕਸੈਸ ਕਰ ਲਵੇ, ਰਿਮੋਟ ਐਕਸੈਸ ਕਰ ਲਵੇ, ਔਰ ਤੁਹਾਡੇ ਫੋਨ ਤੇ ਆਉਣ ਵਾਲਾ ਕੋਡ ਉਸਦੇ ਫੋਨ ਤੇ ਵੀ ਜਾਵੇ। ਤੁਹਾਡੇ ਫੋਨ ਤੇ ਅੱਜ ਕੱਲ੍ਹ ਕੀ ਹੁੰਦਾ ਹੈ, ਤੁਹਾਡੇ ਫੋਨ ਤੇ ਇੱਕ ਮੈਸੇਜ ਆਉਂਦਾ ਹੈ, ਤੁਸੀਂ ਉਹਨੂੰ ਓਪਨ ਕਰਕੇ ਤੁਹਾਡੇ ਫੋਨ ਤੇ ਮੈਸੇਜ ਆਇਆ ਹੁੰਦਾ ਹੈ ਕਿ ਇਹ ਲਿੰਕ ਨੂੰ ਕਲਿੱਕ ਕਰੋ ਤੇ ਤੁਹਾਨੂੰ ਤੁਹਾਡੇ ਲਈ ਬਹੁਤ ਵਧੀਆ ਨਿਊ ਈਅਰ ਦਾ ਗਿਫਟ ਮਿਲੇਗਾ ਜਾਂ ਕਿਸੇ ਤਿਉਹਾਰ ਦਾ ਕੋਈ ਲਿੰਕ ਹੋਏਗਾ। ਤੁਸੀਂ ਉਸ ਲਿੰਕ ਤੇ ਕਲਿੱਕ ਕਰ ਲੈਂਦੇ ਹੋ, ਪਰ ਉਹ ਲਿੰਕ ਜਦੋਂ ਖੁੱਲਦਾ ਹੈ ਤੁਹਾਡੇ ਲਈ ਇੱਕ ਬਹੁਤ ਵਧੀਆ ਪੇਜ ਹੁੰਦਾ ਹੈ, ਪਰ ਉਸ ਲਿੰਕ ਦੇ ਵਿੱਚ ਖਾਸ ਤੌਰ ਤੇ ਹਿਡਨ ਕੋਡ ਹੁੰਦੇ ਹਨ ਜੋ ਕਿ ਤੁਹਾਡੇ ਫੋਨ ਦੀ ਐਕਸੈਸ ਕਿਸੇ ਹੋਰ ਫੋਨ ਨੂੰ ਪ੍ਰਦਾਨ ਕਰ ਦਿੰਦੇ ਹਨ। ਤੇ ਜੋ ਚੀਜ਼ਾਂ ਤੁਹਾਡੇ ਫੋਨ ਤੇ ਹੁੰਦੀਆਂ ਹਨ, ਇੱਕ ਤਰ੍ਹਾਂ ਦਾ ਮਿਰਰ ਬਣ ਜਾਂਦਾ ਹੈ। ਜੋ ਤੁਹਾਡੇ ਫੋਨ ਤੇ ਖੁੱਲੇਗਾ ਉਹ ਦੂਜੇ ਫੋਨ ਤੇ ਐਕਸੈਸ ਹੋ ਜਾਵੇਗਾ, ਜਾਂ ਤੁਹਾਡੀ ਲੋਕੇਸ਼ਨ ਜਾਂ ਤੁਹਾਡੇ ਆਉਣ ਵਾਲੇ SMS, ਸਾਰਾ ਕੁਝ ਦੂਜਾ ਯੂਜ਼ਰ ਹੈਕਰ ਦੇਖ ਸਕਦਾ ਹੈ। ਔਰ ਇੱਕ ਅਜਨਬੀ ਜਦੋਂ ਤੁਹਾਡੀ ਸਾਰੀ ਇਨਫੋਰਮੇਸ਼ਨ ਦੇਖ ਸਕਦਾ ਹੈ, ਪੜ੍ਹ ਸਕਦਾ ਹੈ, ਤਾਂ ਤੁਹਾਡੇ ਬੈਂਕ ਦੇ ਵਿੱਚ ਡਿਟੇਲ ਜੋ ਤੁਹਾਡੀਆਂ ਫੋਨ ਤੇ ਐਪਸ ਹਨ, ਤੁਹਾਡੇ ਯੂਜ਼ਰ ਜੋ ਪਾਸਕੋਡ ਲਗਾ ਰਹੇ ਹੋ, ਸਾਰਾ ਕੁਝ ਉਸਦੇ ਬਸ ਵਿੱਚ ਆਉਂਦਾ ਹੈ। ਤੇ ਉਹ ਤੁਹਾਡੀ ਨਿੱਜੀ ਜ਼ਿੰਦਗੀ ਦੇ ਵਿੱਚ, ਤੁਹਾਡੀ ਵਿਅਕਤੀਗਤ ਜ਼ਿੰਦਗੀ, ਜੋ ਵੀ ਤੁਹਾਡਾ ਬੈਂਕਿੰਗ ਦਾ ਸਿਸਟਮ ਹੈ, ਜਿੰਨਾ ਵੀ ਅਫੀਸ਼ੀਅਲ ਜਾਂ ਪ੍ਰੋਫੈਸ਼ਨਲ ਕੰਮ ਹੈ, ਉਹ ਸਾਰਾ ਹੈਕ ਕਰਕੇ ਖਾਲੀ ਜਾਂ ਉਸਨੂੰ ਚੇਂਜ ਕਰ ਸਕਦਾ ਹੈ। ਹੈਕਰ ਸਾਡੀ ਪਹਿਚਾਣ ਦੀ ਪਰਵਾਹ ਨਹੀਂ ਕਰਦੇ। ਆਮ ਤੌਰ ਤੇ ਉਹ ਸਾਡੇ ਕੰਪਿਊਟਰ ਤੇ ਕੰਟਰੋਲ ਕਰਨਾ ਚਾਹੁੰਦੇ ਹਨ, ਜੋ ਉਹ ਸਾਡੇ ਕੰਪਿਊਟਰ ਨੇ ਦੂਜੇ ਕੰਪਿਊਟਰ ਨਾਲ ਅਟੈਕ ਕਰ ਸਕਣ। ਇਸੇ ਲਈ ਸਿਕਿਉਰਿਟੀ ਬਹੁਤ ਜ਼ਰੂਰੀ ਹੈ। ਨਵੀਨਤਮ ਐਂਟੀਵਾਇਰਸ, ਹੁਣ ਇਸ ਨੂੰ ਰੋਕਣ ਲਈ ਆਪਾਂ ਐਂਟੀਵਾਇਰਸ ਯੂਜ਼ ਕਰਦੇ ਹਾਂ। ਵਾਇਰਸ ਕੀ ਹੁੰਦਾ ਹੈ? ਵਾਇਰਸ ਹੁੰਦਾ ਹੈ ਉਹ ਜੀਵ ਜੋ ਕਿ ਜਿਸ ਦੇ ਵਿੱਚ ਜ਼ਿੰਦਗੀ ਨਹੀਂ ਹੁੰਦੀ, ਪਰ ਕਿਸੇ ਹੋਸਟ ਸੈੱਲ ਦੇ ਨਾਲ ਜਦੋਂ ਜਾ ਕੇ ਜੁੜਦਾ ਹੈ ਉਹ ਐਕਟਿਵ ਹੋ ਜਾਂਦਾ ਹੈ ਤੇ ਉਸਦੇ ਹੀ ਆਰਗੇਨਿਲਸ ਨੂੰ, ਉਸਦੇ ਹੀ ਜਿੰਨੀਆਂ ਵੀ ਪ੍ਰਣਾਲੀਆਂ ਹਨ, ਉਸਨੂੰ ਹੈਕ ਕਰਕੇ ਆਪ ਦਾ ਕੋਡਿੰਗ ਆਪਦੇ ਆਪ ਨੂੰ ਡੁਪਲੀਕੇਟ ਕਰਨਾ ਸ਼ੁਰੂ ਕਰ ਦਿੰਦਾ ਹੈ। ਔਰ ਉਸ ਸੈੱਲ ਦੇ ਵਿੱਚੋਂ ਹਜ਼ਾਰਾਂ ਹੀ ਵਾਇਰਸ ਬਾਹਰ ਹੁੰਦੇ ਹਨ, ਉਹ ਸੈੱਲ ਖਤਮ ਹੋ ਜਾਂਦਾ ਹੈ। ਕੰਪਿਊਟਰ ਸਿਸਟਮ ਦੇ ਵਿੱਚ ਵੀ ਵਾਇਰਸ ਉਹ ਚੀਜ਼ ਹੈ, ਉਹ ਪ੍ਰੋਗਰਾਮ ਹੈ ਜੋ ਤੁਹਾਡੇ ਸਿਸਟਮ ਦੇ ਵਿੱਚ ਆ ਕੇ ਤੁਹਾਡੀਆਂ ਫਾਈਲਾਂ ਨੂੰ ਕਰਪਟ ਕਰ ਦਿੰਦਾ ਹੈ ਅਤੇ ਉਹ ਮਲਟੀਪਲਾਈ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਰੋਕਣ ਲਈ ਅਸੀਂ ਐਂਟੀਵਾਇਰਸ ਯੂਜ਼ ਕਰਦੇ ਹਾਂ। ਐਂਟੀਵਾਇਰਸ ਮਤਲਬ ਉਹ ਪ੍ਰੋਗਰਾਮ ਜਿਹੜਾ ਉਸ ਪ੍ਰੋਗਰਾਮ ਨੂੰ ਰੋਕੇ ਜੋ ਕਿ ਤੁਹਾਡੇ ਸਿਸਟਮ ਨੂੰ ਖਰਾਬ ਕਰ ਰਿਹਾ ਹੈ। ਐਂਟੀਵਾਇਰਸ ਸੌਫਟਵੇਅਰ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਸਾਨੂੰ ਉਪਲਬਧ ਨਵੇਂ ਅਪਡੇਟਸ ਨਾਲ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ। ਇਸੇ ਲਈ ਜਦੋਂ ਤੁਸੀਂ ਕੋਈ ਵੀ ਐਂਟੀਵਾਇਰਸ ਸੌਫਟਵੇਅਰ ਪਾ ਕੇ ਰੱਖਦੇ ਹੋ ਤਾਂ ਉਹ ਡੇਲੀ ਅਪਡੇਟ ਹੁੰਦਾ ਹੈ। ਉਸਦਾ ਇਹੀ ਰੀਜ਼ਨ ਹੁੰਦਾ ਹੈ ਕਿਉਂਕਿ ਡੇਲੀ ਬੇਸਿਸ ਤੇ ਹਜ਼ਾਰਾਂ ਦੇ ਤੌਰ ਤੇ ਵਾਇਰਸ ਬਣਾਏ ਜਾਂਦੇ ਹਨ ਜੋ ਆ ਕੇ ਤੁਹਾਡੇ ਸਿਸਟਮ ਨੂੰ ਨੁਕਸਾਨ ਦੇਣ ਲਈ ਜਾਂ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਨ ਲਈ ਬਣਾਏ ਜਾਂਦੇ ਹਨ। ਇਸੇ ਲਈ ਉਸ ਨੂੰ ਡੇਲੀ ਅਪਡੇਟ ਕਰਨਾ ਜ਼ਰੂਰੀ ਹੁੰਦਾ ਹੈ, ਡੇਲੀ ਉਸਦੇ ਨਵੇਂ ਪ੍ਰੋਗਰਾਮਾਂ ਨੂੰ ਇਜਾਦ ਕਰਨਾ ਜ਼ਰੂਰੀ ਹੁੰਦਾ ਹੈ। ਐਂਟੀ ਸਪਾਈਵੇਅਰ, ਹੁਣ ਸਪਾਈਵੇਅਰ ਸੌਫਟਵੇਅਰ ਕਿਹੜੇ ਹੁੰਦੇ ਹਨ? ਸਪਾਈ ਕਰਨਾ, ਕਿਸੇ ਤੇ ਨਜ਼ਰ ਰੱਖਣਾ, ਉਹ ਪ੍ਰੋਗਰਾਮ ਹੁੰਦੇ ਹਨ ਜੋ ਕਿ ਤੁਹਾਡੇ ਸਿਸਟਮ ਦੇ
ਔਰ ਇਹ ਸਿਸਟਮ ਉਸ ਨੂੰ ਰੋਕਣ ਦੇ ਵਿੱਚ ਹੈਲਪ ਕਰਦੇ ਹਨ। ਤੁਹਾਡੇ ਤੇ ਨਜ਼ਰ ਰੱਖ ਰਿਹਾ ਹੈ ਉਹ ਪ੍ਰੋਗਰਾਮ ਹੈ ਥਰੂ ਅਜਨਬੀ, ਜਿਸ ਨੇ ਤੁਹਾਡੀ ਇਨਫੋਰਮੇਸ਼ਨ ਦਾ ਗਲਤ ਯੂਜ਼ ਕਰਨਾ ਹੈ, ਤੁਹਾਡੀ ਪਰਸਨਲ ਲਾਈਫ ਤੇ ਪਰਸਨਲ ਪਿਕਚਰਸ ਨੂੰ ਦੇਖ ਰਿਹਾ ਹੈ। ਇਸ ਤੋਂ ਖਤਮ ਕਰਨ ਲਈ ਐਂਟੀ ਸਪਾਈਵੇਅਰ ਸੌਫਟਵੇਅਰ ਯੂਜ਼ ਹੁੰਦੇ ਹਨ। ਸਪਾਈਵੇਅਰ ਪ੍ਰੋਗਰਾਮ ਵਾਇਰਸ ਤੋਂ ਅਲੱਗ ਹੁੰਦੇ ਹਨ, ਕਿਉਂਕਿ ਵਾਇਰਸ ਦੀ ਤਰ੍ਹਾਂ ਇਹ ਸਾਡੇ ਕੰਪਿਊਟਰ ਵਿੱਚ ਪਏ ਡਾਟਾ ਜਾਂ ਸਿਸਟਮ ਨੂੰ ਕਰਪਟ ਨਹੀਂ ਕਰਦੇ। ਮਤਲਬ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡਾ ਫੋਨ, ਤੁਹਾਡਾ ਕੰਪਿਊਟਰ ਕੋਈ ਦੇਖ ਰਿਹਾ ਹੈ, ਬਲਕਿ ਇਹ ਸਾਡੇ ਸਿਸਟਮ ਵਿੱਚ ਆਪਣੇ ਆਪ ਇੰਸਟਾਲ ਹੋ ਜਾਂਦੇ ਹਨ ਅਤੇ ਸਿਸਟਮ ਵਿੱਚ ਸਟੋਰ ਪਾਸਵਰਡ, ਕ੍ਰੈਡਿਟ ਕਾਰਡ ਇਨਫੋਰਮੇਸ਼ਨ ਦੇ ਨੰਬਰ ਸਰਵਰ ਤੇ ਭੇਜਦੇ ਰਹਿੰਦੇ ਹਨ। ਇਸ ਲਈ ਆਪਣੇ ਸਿਸਟਮ ਵਿੱਚ ਸਪਾਈਵੇਅਰ ਸੌਫਟਵੇਅਰ ਪ੍ਰੋਗਰਾਮ ਨੂੰ ਲੱਭਣ ਅਤੇ ਰੋਕਣ ਲਈ ਸਾਨੂੰ ਨਵੀਨਤਮ ਐਂਟੀ ਸਪਾਈਵੇਅਰ ਸੌਫਟਵੇਅਰ ਦੀ ਲੋੜ ਹੁੰਦੀ ਹੈ। ਹਮੇਸ਼ਾ ਯਾਦ ਰੱਖਿਓ, ਇਹ ਇਕੱਲੇ ਤੁਹਾਡੇ ਪਾਸਵਰਡ ਜਾਂ ਕ੍ਰੈਡਿਟ ਕਾਰਡ ਸਿਸਟਮ ਨਹੀਂ ਚੋਰੀ ਕਰਦੇ, ਇਹ ਤੁਹਾਡੀਆਂ ਫੋਟੋਆਂ, ਇਹ ਤੁਹਾਡੀਆਂ ਫਾਈਲਾਂ ਵੀ ਸਰਵਰ ਨੂੰ ਅਪਡੇਟ ਕਰਦੇ ਰਹਿੰਦੇ ਹਨ। ਇਹ ਤੁਹਾਡੇ ਫੋਨ ਜਾਂ ਕਿਸੇ ਵੀ ਚੀਜ਼ 'ਚ ਜਾ ਸਕਦੇ ਹਨ। ਪਾਸਵਰਡ ਪ੍ਰੋਟੈਕਸ਼ਨ, ਤੁਸੀਂ ਇਸ ਨੂੰ ਰੋਕਣ ਦੇ ਲਈ ਆਪਣੇ ਸਿਸਟਮ ਦੇ ਵਿੱਚ ਪਾਸਵਰਡ ਵੀ ਲਗਾ ਸਕਦੇ ਹੋ, ਐਪਸ ਦੇ ਵਿੱਚ ਪਾਸਵਰਡ ਲਗਾ ਸਕਦੇ ਹੋ ਕਿ ਡਾਟਾ ਤੁਹਾਡਾ ਬੈਕਗ੍ਰਾਉਂਡ ਤੇ ਯੂਜ਼ ਨਾ ਹੋਵੇ। ਪਰ ਜ਼ਿਆਦਾਤਰ ਆਪਾਂ ਸਾਰਿਆਂ ਨੂੰ ਪਰਮਿਸ਼ਨਸ ਦੇ ਕੇ ਰੱਖਦੇ ਹਾਂ, ਸਾਰੀਆਂ ਐਪਸ ਨੂੰ ਪਰਮਿਸ਼ਨ ਦੇ ਕੇ ਰੱਖਦੇ ਹਾਂ ਤਾਂ ਕਿ ਉਹ ਇੰਟਰਨੈਟ ਨਾਲ ਜੁੜੀਆਂ ਰਹਿਣ ਅਤੇ ਆਪਦਾ ਡਾਟਾ ਸਰਵਰਸ ਤੇ ਭੇਜਦੀਆਂ ਰਹਿਣ। ਔਰ ਸਪਾਈਵੇਅਰ ਪ੍ਰੋਗਰਾਮ ਲਈ ਇਹ ਬਹੁਤ ਆਸਾਨ ਹੁੰਦਾ ਹੈ, ਕਿਉਂਕਿ ਉਹ ਬੈਕਗ੍ਰਾਉਂਡ ਤੇ ਹੀ ਡਾਟਾ ਉਸ ਨੂੰ ਚੋਰੀ ਕਰਦੇ ਰਹਿੰਦੇ ਹਨ। ਇਸੇ ਲਈ ਪਾਸਵਰਡ ਪ੍ਰੋਟੈਕਸ਼ਨ ਕੰਮ ਆਉਂਦੀ ਹੈ ਕਿ ਜਦੋਂ ਵੀ ਉਹ ਐਪ ਚੱਲੇ ਤੁਹਾਡੇ ਪਾਸਵਰਡ ਤੋਂ ਬਿਨਾਂ ਨਾ ਚੱਲੇ। ਹੁਣ ਪਾਸਵਰਡ ਕਈ ਵਾਰੀ ਕੀ ਹੁੰਦਾ ਹੈ, ਈਮੇਲ ਦੇ ਵਿੱਚ ਜਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਯੂਜ਼ਰ ਸੇਮ ਹੀ ਤਰ੍ਹਾਂ ਦਾ ਪਾਸਵਰਡ ਯੂਜ਼ ਕਰਦਾ ਹੈ। ਖਰੀਦਦਾਰੀ ਕੋਈ ਕਰਦਾ ਹੈ, ਆਨਲਾਈਨ ਸ਼ਾਪਿੰਗ ਕਰਦਾ ਹੈ, ਪਾਸਵਰਡ ਰੱਖਦਾ ਹੈ ਆਪਣੀ ਈਮੇਲ ਦਾ, ਆਪਣੇ ਫੋਨ ਦਾ, ਆਪਣੀ ਐਪ ਦਾ, ਉਹ ਸਾਰਾ ਇੱਕੋ ਤਰ੍ਹਾਂ ਦਾ ਹੁੰਦਾ ਹੈ। ਇਹ ਵੀ ਬਹੁਤ ਆਸਾਨ ਤਰੀਕਾ ਹੈ ਹੈਕਰਸ ਨੂੰ ਪਾਸਵਰਡ ਪ੍ਰਦਾਨ ਕਰਨ ਦਾ। ਹਰ ਇੱਕ ਜਗ੍ਹਾ ਤੇ ਪਾਸਵਰਡ ਅਲੱਗ ਹੋਣੇ ਚਾਹੀਦੇ ਹਨ। ਹਰੇਕ ਇਨਫੋਰਮੇਸ਼ਨ ਨੂੰ ਅਲੱਗ-ਅਲੱਗ ਤਰੀਕੇ ਨਾਲ ਸਟੋਰ ਕੀਤਾ ਜਾਣਾ ਚਾਹੀਦਾ ਹੈ। ਨਵੀਨਤਮ ਅਪਡੇਟ ਅਤੇ ਪੈਚ ਨੂੰ ਲਾਗੂ ਕਰਨਾ, ਮਤਲਬ ਜੋ ਵੀ ਤੁਹਾਨੂੰ ਐਂਟੀਵਾਇਰਸ ਸੌਫਟਵੇਅਰ ਦੇ ਨਾਲ ਪ੍ਰੋਟੈਕਟਡ ਸੌਫਟਵੇਅਰ ਦੇ ਨਾਲ ਅਪਡੇਟਸ ਆ ਰਹੀਆਂ ਹਨ, ਉਸ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਤੁਹਾਡੀਆਂ ਐਪਸ ਅਪਡੇਟ ਹੋਣ ਵਾਲੀਆਂ ਹਨ ਫੋਨ ਤੇ, ਉਸ ਨੂੰ ਵੀ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਉਸ ਦੇ ਵਿੱਚ ਸਿਕਿਉਰਿਟੀ ਅਪਡੇਟ ਹੁੰਦੀ ਹੈ ਤਾਂ ਕਿ ਹੈਕਰਸ ਤੋਂ ਬਚਿਆ ਜਾ ਸਕੇ। ਇਹ ਇੱਕ ਤਰ੍ਹਾਂ ਦਾ ਪੈਚ ਹੁੰਦਾ ਹੈ। ਪੈਚ ਮਤਲਬ ਉਹ ਕੋਡ ਦਾ ਸੈੱਟ ਹੁੰਦਾ ਹੈ ਜੋ ਪਹਿਲਾਂ ਵਾਲੇ ਪ੍ਰੋਗਰਾਮ ਦੇ ਨਾਲ ਜਾ ਕੇ ਫਿੱਟ ਹੋ ਜਾਂਦਾ ਹੈ। ਇਸੇ ਨੂੰ ਉਸ ਨੂੰ ਅਪਡੇਟ ਕਹਿੰਦੇ ਹਨ। ਫਾਇਰਵਾਲ ਉਹ ਸਿਸਟਮ ਹੁੰਦਾ ਹੈ ਜੋ ਤੁਹਾਡੇ ਸਿਸਟਮ ਨੂੰ ਇੱਕ ਕੰਧ ਵਾਂਗੂ ਰੋਕਦਾ ਹੈ, ਮਤਲਬ ਤੁਹਾਨੂੰ ਹੈਕਰਸ ਸਾਰੀਆਂ ਇਨ ਚੀਜ਼ਾਂ ਤੋਂ ਬਚਾਉਂਦਾ ਹੈ। ਫਾਇਰਵਾਲ ਸਾਡੇ ਸਿਸਟਮ ਦੇ ਅਧਿਕਾਰਿਤ ਪਹੁੰਚ ਕਰਨ ਵਾਲੇ ਟ੍ਰੈਫਿਕ ਨੂੰ ਬਲੌਕ ਕਰਦਾ ਹੈ, ਮਤਲਬ ਜਿੰਨਾ ਵੀ ਟ੍ਰੈਫਿਕ ਉਸ ਨੂੰ ਲੱਗਦਾ ਹੈ ਕਿ ਇਸ ਨੂੰ ਪਰਮਿਸ਼ਨ ਨਹੀਂ ਹੈ, ਉਸ ਨੂੰ ਸਾਰਿਆਂ ਨੂੰ ਬਲੌਕ ਕਰ ਦਿੰਦਾ ਹੈ। ਫਾਇਰਵਾਲ ਸਾਨੂੰ ਇੰਟਰਨੈਟ ਸੁਰੱਖਿਆ ਢੰਗ ਨਾਲ ਵਰਤਣ ਅਤੇ ਸਾਡੇ ਸਿਸਟਮ ਤੋਂ ਅਣਅਧਿਕਾਰਿਤ ਐਪਲੀਕੇਸ਼ਨਸ ਦੀ ਪਹੁੰਚ ਨੂੰ ਰੋਕਣ ਦੇ ਯੋਗ ਬਣਾਉਂਦਾ ਹੈ। ਕੁਝ ਯਾਦ ਰੱਖਣ ਵਾਲੀਆਂ ਗੱਲਾਂ ਇਸ ਚੈਪਟਰ ਦੇ ਵਿੱਚੋਂ। ਆਪਰੇਟਿੰਗ ਸਿਸਟਮ ਇੱਕ ਪ੍ਰੋਗਰਾਮ ਹੈ ਜੋ ਕਿ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੰਟਰਫੇਸ ਦੀ ਤਰ੍ਹਾਂ ਕੰਮ ਕਰਦਾ ਹੈ। ਆਪਰੇਟਿੰਗ ਸਿਸਟਮ ਯੂਜ਼ਰ ਪ੍ਰੋਗਰਾਮ ਤੋਂ ਸਿਸਟਮ ਪ੍ਰੋਗਰਾਮ ਤੱਕ ਕਈ ਕਿਸਮ ਦੀਆਂ ਕਿਰਿਆਵਾਂ ਕਰਦਾ ਹੈ, ਜਿਵੇਂ ਕਿ ਪ੍ਰਿੰਟ ਸਪੂਲਿੰਗ, ਨੇਮ ਸਰਵਰ, ਫਾਈਲ ਸਰਵਰ ਆਦਿ। ਇਹਨਾਂ ਸਾਰੀਆਂ ਕਿਰਿਆਵਾਂ ਨੂੰ ਇੱਕ ਪ੍ਰੋਸੈਸ ਮੰਨਿਆ ਜਾਂਦਾ ਹੈ। ਹੁਣ ਪ੍ਰੋਸੈਸ ਦੀ ਡੈਫੀਨੇਸ਼ਨ ਯਾਦ ਰੱਖਿਓ। ਇੱਕ ਫਾਈਲ ਸੰਬੰਧਿਤ ਸੂਚਨਾ ਦਾ ਸੰਗ੍ਰਹਿ ਹੁੰਦੀ ਹੈ, ਮਤਲਬ ਇੱਕ ਫਾਈਲ ਕੀ ਹੁੰਦੀ ਹੈ, ਜਿੰਨੀ ਵੀ ਇਨਫੋਰਮੇਸ਼ਨ ਇਕੱਠੀ ਜਾਂ ਸੇਮ ਹੈ ਉਸ ਨੂੰ ਫਾਈਲ ਕਹਿੰਦੇ ਹਨ। ਇਹ ਸੈਕੰਡਰੀ ਸਟੋਰੇਜ ਡਿਸਕ ਤੇ ਸੇਵ ਹੁੰਦੀ ਹੈ, ਮਤਲਬ ਤੁਹਾਡੀ ਹਾਰਡ ਡਰਾਈਵ, ਪੈਨ ਡਰਾਈਵ ਵਗੈਰਾ ਤੇ। ਟਾਈਮ ਸ਼ੇਅਰਿੰਗ ਇੱਕ ਅਜਿਹੀ ਤਕਨੀਕ ਹੈ ਜੋ ਕਿ ਵੱਖਰੇ ਟਰਮੀਨਲਸ ਤੇ ਬੈਠ ਕੇ ਲੋਕਾਂ ਨੂੰ ਇੱਕ ਹੀ ਸਮੇਂ ਵਿੱਚ ਖਾਸ ਕੰਪਿਊਟਰ ਸਿਸਟਮ ਨੂੰ ਵਰਤਣ ਦੇ ਯੋਗ ਬਣਾਉਂਦੀ ਹੈ। ਰੀਅਲ ਟਾਈਮ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟਾ ਦੇ ਫਲੋ ਦਾ ਪ੍ਰੋਸੈਸ ਅਤੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਬਦਲਣਯੋਗ ਹੋਵੇ। ਲਾਈਨਕਸ ਯੂਨਿਕਸ ਆਪਰੇਟਿੰਗ ਸਿਸਟਮ ਦਾ ਇੱਕ ਮਸ਼ਹੂਰ ਵਰਜ਼ਨ ਹੈ, ਓਪਨ ਸੋਰਸ ਹੈ
ਮੁਫਤ ਅਵੇਲੇਬਲ ਹੈ। ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣਅਧਿਕਾਰਤ ਵਾਰਤਾ ਨੂੰ ਚੈੱਕ ਕਰਦੀ ਹੈ। ਇਸ ਦੇ ਨਾਲ ਹੀ ਤੁਹਾਡਾ ਇਹ ਚੈਪਟਰ ਖਤਮ ਹੁੰਦਾ ਹੈ। ਆਪਰੇਟਿੰਗ ਸਿਸਟਮ ਬਹੁਤ ਇੰਪੋਰਟੈਂਟ ਚੈਪਟਰ ਹੈ, ਇਸ ਨੂੰ ਧਿਆਨ ਨਾਲ ਪੜ੍ਹੋ। ਧੰਨਵਾਦ।